ਜਿਹੜਾ ਸੀਗਾ ਰਾਸ਼ਨ ਪਾਣੀ ਰਸਦ ਵੀ ਇੱਥੇ ਆ ਕੇ ਜਦੋਂ ਗੱਡੀ ਰੁਕੇਗੀ ਤੇ ਅਸੀਂ ਸੰਗਤਾਂ ਦੀ ਸੇਵਾ ਕਰਾਂਗੇ, ਉਹਨਾਂ ਨੂੰ ਰਾਸ਼ਨ ਛਕਾਵਾਂਗੇ, ਚਾਹ ਪਾਣੀ ਛਕਾਵਾਂਗੇ। ਪਰ ਇੱਥੇ ਗੱਡੀ ਰੋਕਣ ਦਾ ਜਿਹੜਾ ਸੀ ਕਿ ਨਹੀਂ ਕੋਈ ਪ੍ਰੋਗਰਾਮ ਹੈ ਨਹੀਂ ਸੀਗਾ ਰੇਲਵੇ ਵਾਲਿਆਂ ਦਾ। ਤੋਂ ਸੰਗਤਾਂ ਜਿਹੜੀਆਂ ਸੀਗੀਆਂ ਉਹ ਕਹਿੰਦੇ ਸੀ ਕਿ ਉਹ ਗੱਡੀ ਦੇ ਅੱਗੇ ਜਿਹੜੇ ਸਨ ਉਹ ਬੈਠ ਗਿਆ ਰੇਲਵੇ ਟਰੈਕ ਦੇ ਉੱਤੇ ਵੀ ਸਾਡੇ ਉੱਤੋਂ ਦੀ ਥੋੜ੍ਹਾ ਲੰਘ ਕੇ ਲੈ ਜਾਣਗੇ। ਪਰ ਇਹ ਹੈ ਕਿ ਉਹ ਉਹਨਾਂ ਨੇ ਆਪਣੇ ਵੱਲੋਂ ਡਰਾਉਣ ਦੇ ਵਾਸਤੇ ਹੋ ਜਾਂ ਜਿਵੇਂ ਵੀ ਹੈ ਕਿ ਉਹ ਗੱਡੀ ਆਈ ਤੇ ਜਿਹੜੇ ਪਹਿਲੇ ਕੋਈ ਸਿੰਘ ਸਨ, 2 ਸਿੰਘ ਸ਼ਹੀਦ ਹੋ ਗਏ, ਭਾਈ ਪ੍ਰਤਾਪ ਸਿੰਘ ਤੇ ਇੱਕ ਦੂਜਾ ਇਸ ਵੇਲੇ ਮੈਨੂੰ ਸ਼ਾਇਦ ਨਾਂ ਨਹੀਂ ਉਹਨਾਂ ਦਾ ਯਾਦ ਆ ਰਿਹਾ, ਹਾਂਜੀ ਕਰਮ ਸਿੰਘ ਜੀ, ਭਾਈ ਕਰਮ ਸਿੰਘ ਜਿਹੜੇ ਸਨ ਉਹ 2 ਜਿਹੜੇ ਸੀ ਸ਼ਹੀਦੀ ਪ੍ਰਾਪਤ ਕਰ ਗਏ ਤੇ ਗੱਡੀ ਜਿਹੜੀ ਸੀ ਉਹ ਫਿਰ ਰੁਕ ਗਈ ਤੇ ਫਿਰ ਉਹ ਸ਼ਹਾਦਤ ਵੀ ਹੋਈ। ਔਰ ਜਿਵੇਂ ਕਹਿੰਦੇ ਵੀ ਉਹ ਸਿੱਖਾਂ ਦੇ ਇੱਕ ਪਾਸੇ ਵੀ ਜਿਹੜੀ ਜੰਗਾਂ ਦੇ ਵਿੱਚ ਵੀ ਉਹਨਾਂ ਨੇ ਮਤਲਬ ਸਿਖਰਲੇ ਜਿਹੜੇ ਸੀ ਉਹ ਆਪਣੇ ਬਹਾਦਰੀ ਦੇ ਜੌਹਰ ਦਿਖਾਏ ਹੋਏ ਸੀ, ਪਰ ਇੱਕ ਦੂਜੇ ਪਾਸੇ ਜਿਹੜਾ ਸੀਗਾ ਸਿੱਖਾਂ ਨੇ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਤੇ ਇਸ ਤਰੀਕੇ ਦੇ ਨਾਲ ਜਿਹੜੇ ਸੀ ਇੱਕ ਸ਼ਾਂਤਮਈ ਰੂਪ ਵਿੱਚ ਆਪਣੇ ਜੀਵਨ ਦੀਆਂ ਕੁਰਬਾਨੀਆਂ ਕਿਵੇਂ ਕੀਤੀਆਂ, ਇਹ ਆਪਣੇ ਆਪ ਵਿੱਚ ਦੂਜੀ ਮਿਸਾਲ ਸੀਗੀ। ਇੱਕ ਪਾਸੇ ਜੰਗਜੂ ਹੋਣ ਦੀ, ਇੱਕ ਪਾਸੇ ਨਿਮਰਤਾ ਦੀ, ਸਹਿਨਸ਼ੀਲ ਹੋਣ ਦੀ, ਬਰਦਾਸ਼ਤ ਦੇ ਵਾਅਦੇ ਦੀ ਤੇ ਤਿਆਗ ਤੇ ਕੁਰਬਾਨੀ ਦੀ ਜਿਹੜੀ ਇੱਕ ਮਿਸਾਲ ਸੀਗੀ ਉਹ ਸਿੱਖਾਂ ਨੇ ਜਿਹੜੀ ਸੀਗੀ ਉਹ ਪੇਸ਼ ਕੀਤੀ। ਤੇ ਇਹ ਉਸ ਵੇਲੇ ਦੀ ਯਾਦ ਦੇ ਵਜੋਂ ਲੰਗਰ ਦੀ ਥੋੜੀ ਜਿਹੀ ਦੱਸ ਇਹ ਉਸ ਵੇਲੇ ਦੀ ਯਾਦ ਹੋਈ। ਲੰਗਰ ਤਾਂ ਛਕਿਆ ਫਿਰ ਸੰਗਤਾਂ ਨੇ, ਨਾਲ ਦੁੱਖ ਵੀ ਸੀਗੀ, ਪੀੜ ਵੀ ਸੀ, ਗੁੱਸਾ ਵੀ ਸੀ ਅੰਗਰੇਜ਼ ਸਰਕਾਰ ਦੇ ਖਿਲਾਫ ਕਿ ਉਹਨੇ ਸਾਡੇ ਤੇ ਇਸ ਤਰ੍ਹਾਂ ਜ਼ੁਲਮ ਕੀਤਾ। ਤੇ ਪਰ ਸੰਗਤਾਂ ਜਿਹੜੀਆਂ ਸੀ ਉਹਨਾਂ ਦੀ ਰੂਹ ਤ੍ਰਿਪਤ ਹੋਈ ਕਿ ਉਹਨਾਂ ਨੇ ਆਪਣੇ ਜਿਹੜੇ ਭਰਾ ਭਾਈ ਸੀਗੇ ਜਾ ਰਹੇ ਸੀਗੇ ਕੈਦ ਕਰਕੇ ਉਹਨੂੰ ਲੈ ਕੇ ਜਾ ਰਹੇ ਸੀ, ਉਹਨਾਂ ਨੂੰ ਉਹਨੇ ਲੰਗਰ ਛਕਾਇਆ ਤੇ ਮਨ ਨੂੰ ਜਿਹਦਾ ਰੂਹ ਨੂੰ ਸਕੂਨ ਮਿਲਦਾ, ਗੁਰੂ ਨੂੰ ਖੁਸ਼ੀ ਮਿਲੀ। ਆਪਾਂ ਲੰਗਰ ਸਥਾਨ ਤੇ ਖੜੇ ਹਾਂ, ਸਾਡੇ ਗੁਰੂਆਂ ਨੇ ਲੰਗਰ ਦੀ ਇਹ ਪ੍ਰਥਾ ਚਾਲੂ ਕੀਤੀ ਵੀ ਕੋਈ ਵੀ ਜਿਹੜਾ ਵਾ ਬੰਦਾ ਜਿਹੜਾ ਵਾ ਗਰੀਬ ਆ, ਅਮੀਰ ਆ, ਉੱਚੀ ਜ਼ਿਆਦਾ, ਨੀਵੀਂ ਜ਼ਿਆਦਾ, ਕੋਈ ਵੀ ਇਸ ਘਰ ਤੋਂ ਭੁੱਖਾ ਨਾ ਜਾਵੇ। ਤੇ ਅੱਜ ਸਾਨੂੰ ਮਾਣ ਆ ਆਪਣੇ ਗੁਰੂਆਂ ਦੇ ਵੀ ਸਾਡੇ ਕਿਤੇ ਵੀ ਦੇਖ ਲਓ, ਕਿਸੇ ਦੇਸ਼ ਵਿੱਚ ਜਾ ਕੇ ਦੇਖ ਲਓ, ਕਿਸੇ ਇੰਡੀਆ 'ਚ ਵੇਖ ਲਓ, ਹੋਰ ਬਾਹਰ ਜਿੰਨੇ ਵਰਲਡ ਵਿੱਚ ਦੇਖ ਲਓ, ਕਿਤੇ ਵੀ ਗੁਰਦੁਆਰਾ, ਕਿਤੇ ਵੀ ਸੰਗਤ ਭੁੱਖੀ ਨਹੀਂ ਜਾਂਦੀ। ਇਹ ਸਾਨੂੰ ਬੜਾ ਰੱਜ ਆਉਂਦਾ ਇਸ ਗੱਲ ਤੇ, ਖਾ ਕੇ ਤੇ ਪੇਟ ਰੱਜਦਾ ਰਹਿਦਾ, ਸਾਡੀ ਰੂਹ ਤਾਂ ਰੱਜਦੀ ਇਹਦੇ ਨਾਲ। ਅੰਜਮ ਤੇ ਫੈਜ਼ਲ, ਮੈਂ ਤੁਹਾਡੇ ਨਾਲ ਪਹਿਲਾਂ ਗੱਲਬਾਤ ਕੀਤੀ ਸੀਗੀ ਤੇ ਸ਼ੁਰੂ 'ਚ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਜਿਹੜੀ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦੀ ਇਮਾਰਤ ਇਸ ਵੇਲੇ ਆ ਨਾ, ਇਸ ਤੋਂ ਪਹਿਲਾਂ ਪੁਰਾਤਨ ਇਮਾਰਤ ਸੀਗੀ, ਪਰ ਪਿਛਲੀ ਸਦੀ ਦੇ ਵਿੱਚ ਜਿਹੜਾ ਪਹਿਲਾ ਐਸਾ ਸੀ ਸਦੀ ਦਾ, ਮੇਰੇ ਖਿਆਲ 'ਚ ਉਹ 1920-25 ਦੇ ਲਾਗੇ ਛਾਗੇ ਇਹ ਨਵੀਂ ਇਮਾਰਤ ਜਿਹੜੀ ਸੀ ਉਹ ਸਾਰੀ ਗਈ ਸੀਗੀ। ਔਰ ਇਹਦੀ ਉਹ ਸਾਰੀ ਜਿਹੜੀ ਸੀ ਇਹ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਜਿਹੜੇ ਪੰਜਾਬੀ ਦੇ ਬਹੁਤ ਵੱਡੇ ਲੇਖਕ ਹੋਏ ਨੇ, ਉਹ ਬੁਨਿਆਦੀ ਤੌਰ ਤੇ ਇੰਜੀਨੀਅਰ ਵੀ ਸਨ, ਉਹਨਾਂ ਨੇ ਕਰਵਾਈ ਸੀਗੀ। ਇਹ ਇੱਕ ਮਤਲਬ ਮੈਂ ਕਿਉਂਕਿ ਗੁਰੂ ਸਾਹਿਬ ਲੇਖਕ ਸਨ ਆਪ ਹੀ, ਧੰਨ ਲਿਖਾਰੀ ਨਾਨਕਾ, ਤੋਂ ਇੱਕ ਲਿਖਾਰੀ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਇਮਾਰਤ ਨੂੰ ਬਣਾਉਣ ਦਾ। ਅੱਗੇ ਆਪਾਂ ਗੱਲ ਕਰ ਰਹੇ ਸੀਗੇ, ਇਹਦਾ ਬਿਰਤਾਂਤ ਤੁਹਾਡੇ ਨਾਲ ਮੈਂ ਸਾਂਝਾ ਕਰ ਚੁੱਕਾ ਹਾਂ ਕਿ ਕਿਵੇਂ ਇਹ ਜਿਹੜੇ ਸੀ ਕਿ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚੋਂ ਕੈਦ ਕੀਤੇ ਹੋਏ ਸਿੱਖ ਜਿਹੜੇ ਸੀ ਉਹਨਾਂ ਨੂੰ ਅੱਗੇ ਲਿਜਾਇਆ ਜਾ ਰਿਹਾ, ਸ਼ਾਇਦ ਅਟਕ ਜੇਲ੍ਹ ਵਿੱਚ ਕਰਨਾ ਸੀ ਉਹਨਾਂ ਨੂੰ। ਤੇ ਉਹਦੇ ਬਾਰੇ ਇੱਕ ਨਾ ਸਾਡੇ ਬਹੁਤ ਵੱਡੇ ਨਾਵਲਕਾਰ ਹੋਏ ਨੇ ਤੇ ਬਹੁਤ ਵੱਡੇ ਢਾਡੀ ਹੋਏ ਨੇ, ਜਿਹਨਾਂ ਦਾ ਜ਼ਿਕਰ ਤੋਂ ਤੂਤਾਂ ਵਾਲੇ ਖੂਹ ਦਾ ਕਰ ਰਿਹਾ ਸੀ, ਸੋਹਣ ਸਿੰਘ ਸੀਤਲ। ਉਹਨਾਂ ਨੇ ਇੱਕ ਢਾਡੀ ਤਰਜ ਉਚੇਚੇ ਤੌਰ ਤੇ ਇਸ ਗੱਡੀ ਨੂੰ ਆਧਾਰ ਬਣਾ ਕੇ ਲਿਖੀ ਸੀਗੀ। ਹਾਂ, ਉਹ ਜਿਸ ਤਰ੍ਹਾਂ ਗੱਡੀ ਚੱਲਦੀ ਹੈ ਨਾ, ਪਹਿਲਾਂ ਹੌਲੀ ਹੌਲੀ ਫਿਰ ਉਹ ਇਸ ਤਰ੍ਹਾਂ ਹੀ ਤੇਜ਼ ਹੁੰਦਾ ਵਾ ਉਹਦਾ ਜਿਹੜਾ ਸੰਗੀਤ ਆ, ਤੇ ਉਹ ਇੱਥੋਂ ਸ਼ੁਰੂ ਹੁੰਦੀ ਸੀ ਵੀ ਗੱਡੀ ਭਰ ਕੇ ਸਪੈਸ਼ਲ ਤੋਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ, ਜਿਹਦੇ ਵਿੱਚ ਸੀ ਪਿੰਸ਼ਗੀ ਸਾਰੇ ਕੈਦ ਕੀਤੇ ਗੁਰੂ ਬਾਗ ਚੋਂ। ਅੱਗੇ ਚੱਲਦਾ ਫਿਰ ਇੱਥੇ ਆਉਂਦੀ ਪਈ, ਜਦੋਂ ਇਹਨਾਂ ਸਿੰਘਾਂ ਨੇ ਰੋਕਿਆ ਤੇ ਗੱਡੀ ਜਿਹੜੀ ਸੀ ਉਹ ਠੱਲ ਗਈ। ਇਹ ਦੂਜਾ ਹਵਾਲਾ ਹੈ ਕਿ ਇੱਕ ਹੋਰ ਲੇਖਕ ਨੇ ਗੱਡੀ ਲਿਖੀ ਸੀਗੀ ਇਸ ਸਾਕੇ ਦੇ ਬਾਰੇ, ਇਹ ਜਿਹੜਾ ਸਾਕਾ ਪੰਜਾ ਸਾਹਿਬ ਦਾ ਸਾਕਾ, ਇਹਦੇ ਬਾਰੇ ਉਹਨੇ ਲਿਖੀ ਸੀਗੀ। ਤੇ ਤੀਜੀ ਵੱਡੀ ਗੱਲ ਇਹ ਆ ਕਿ ਸਾਡਾ ਬਹੁਤ ਵੱਡਾ ਨਾਮਵਰ ਕਹਾਣੀਕਾਰ ਹੈ, ਪੋਠੋਹਾਰ ਦੀ ਧਰਤੀ ਦਾ ਹੀ ਕਰਤਾਰ ਸਿੰਘ ਦੁੱਗਲ ਦੀ ਇੱਕ ਕਹਾਣੀ ਹੈ ਕਰਾਮਾਤ। ਉਹ ਕਰਾਮਾਤ ਕਹਾਣੀ ਜਿਹੜੀ ਹੈ ਉਹ ਕਰਾਮਾਤ ਕਹਾਣੀ ਜਿਹੜੀ ਉਹ ਇਸੇ ਸਾਕੇ ਦੇ ਬਾਰੇ ਲਿਖੀ ਗਈ ਹੈ।
ਉਹ ਕਹਿੰਦਾ ਉਹਦੇ ਵਿੱਚ ਜਿਹੜਾ ਨਰੇਸ਼ਨ ਕਰਨ ਵਾਲਾ ਹੈ ਨਾ, ਉਹ ਬਿਆਨ ਕਰਦਾ ਹੈ ਕਿ ਮੈਂ ਬੱਚਾ ਸੀ ਤੇ ਮੈਂ ਇਹ ਸੁਣਿਆ ਕਰਦਾ ਸੀ ਕਿ ਗੁਰੂ ਸਾਹਿਬ ਜਿਹੜੇ ਸੀ ਉਹਨਾਂ ਨੇ ਪਹਾੜ ਜਿਹੜਾ ਸੀ ਕਿ ਨਹੀਂ ਉਹ ਆਉਂਦਾ ਥੱਲੇ ਰੋਕ ਲਿਆ ਸੀਗਾ। ਉਹਨਾਂ ਨੇ ਨਹੀਂ ਗਾ ਰੁਕਣਾ, ਤੁਸੀਂ ਪਹਾੜ ਤੇ ਰੋਕ ਲਿਆ ਸੀ, ਉਹ ਬੋਲਣ ਵਾਲੇ ਨਹੀਂ ਰੋਕ ਰਹੇ। ਕੋਈ ਨਹੀਂ, ਆਪਾਂ ਆਪਣੀ ਗੱਲ ਕਰਦੇ ਆ। ਤੋ ਉਹ ਕਹਿੰਦਾ ਜਿਵੇਂ ਬੱਚਿਆਂ ਦੇ ਮਨ 'ਚ ਸਵਾਲ ਆਉਂਦੇ ਆ, ਉਹ ਕਹਿੰਦੇ ਸੀ ਵੀ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਬੰਦਾ ਜਿਹੜਾ ਉਹ ਕਹਿੰਦਾ ਕਿ ਬੱਚੇ ਦੇ ਮਨ ਦੇ ਵਿੱਚ ਸਵਾਲ ਆਉਂਦਾ ਸੀ ਕਿ ਕੋਈ ਪਹਾੜ ਨੂੰ ਕਿਵੇਂ ਰੋਕ ਸਕਦਾ ਹੈ, ਨਹੀਂ ਰੋਕਿਆ ਜਾ ਸਕਦਾ। ਪਰ ਕਹਿੰਦਾ ਕਿ ਮੈਂ ਜਦੋਂ ਬਾਲ ਸੀ ਤੇ ਫਿਰ ਇਹ ਆ ਸਾਕਾ ਵਰਤਿਆ, ਜਦੋਂ ਸਿੰਘਾਂ ਨੇ ਅੱਗੇ ਲੇਟ ਕੇ ਤੇ ਗੱਡੀ ਨੂੰ ਰੋਕਿਆ ਤੇ ਫਿਰ ਉਹ ਬੱਚਾ ਜਿਹੜਾ ਕਿ ਉਹਦੇ ਮਨ ਵਿੱਚ ਆਉਂਦਾ ਵੀ ਜੇ ਗੱਡੀਆਂ ਰੋਕੀਆਂ ਜਾ ਸਕਦੀਆਂ ਤੇ ਫਿਰ ਗੁਰੂ ਪਹਾੜ ਵੀ ਰੋਕ ਸਕਦਾ। ਬਲ ਕਰਾਮਾਤ ਜਿਹੜੀ ਕਿ ਕਰਾਮਾਤ ਇਹ ਹੈ ਕਿ ਜਿਹੜਾ ਬੰਦਾ ਅਜ਼ਮ ਕਰ ਲੈ, ਦ੍ਰਿੜ ਇਰਾਦਾ ਕਰ ਲਵੇ ਵੀ ਇਹ ਕੰਮ ਮੈਂ ਕਰਨਾ, ਤੋਂ ਕਰਕੇ ਵਿਖਾ ਦਿੰਦਾ। ਤੋ ਉਸ ਕਹਾਣੀ ਦਾ ਨਾਮ ਹੀ ਕਰਾਮਾਤ ਹੈ, ਜਿਹੜੀ ਇਹ ਸਾਕੇ ਦੇ ਨਾਲ ਜੁੜੀ ਹੋਈ ਆ। ਤੋ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਗੱਲ। 3 ਲੇਖਕ ਜਿਹੜੇ ਨੇ ਮੈਂ ਉਹ ਤੁਹਾਡੇ ਨਾਲ ਜੋੜ ਦਿੱਤੇ ਨੇ, ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ, ਗਿਆਨੀ ਸੋਹਣ ਸਿੰਘ ਸੀਤਲ ਤੇ ਕਰਤਾਰ ਸਿੰਘ ਦੁੱਗਲ। ਤੋ ਇਹ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਸੀਗਾ ਕਿ 3 ਲੇਖਕ ਜਿਹੜੇ ਨੇ ਉਹ ਵੀ ਪੰਜਾ ਸਾਹਿਬ ਦੇ ਇਸ ਗੁਰਦੁਆਰੇ ਨਾਲ ਜੁੜੇ ਹੋਏ ਨੇ। ਦੁਬਾਰਾ ਫਿਰ ਮੈਂ ਕਹਿ ਰਿਹਾ, ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਜਿਨ੍ਹਾਂ ਨੇ ਇਸ ਨਵੇਂ ਗੁਰਦੁਆਰੇ ਨੂੰ ਤਾਮੀਰ ਕਰਵਾਇਆ ਸੀ ਬਤੌਰ ਇੰਜੀਨੀਅਰ। ਪੰਜਾ ਸਾਹਿਬ ਦੀ ਗੱਡੀ ਲਿਖੀ ਸੀ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਨੇ, ਤੇ ਕਰਤਾਰ ਕਰਾਮਾਤ ਜਿਹੜੀ ਸੀ ਕਹਾਣੀ ਇਹ ਕਰਤਾਰ ਸਿੰਘ ਦੁੱਗਲ ਨੇ ਸਾਕੇ ਬਾਰੇ ਲਿਖੀ ਸੀ। ਮਿਹਰਬਾਨੀ, ਸ਼ੁਕਰੀਆ।